हेलो स्टूडेंट्स, गुड मॉर्निंग। माय नेम इज मिली गोयल ਤੇ ਮੈਂ ਉਡਾਨ ਇੰਸਟੀਚਿਊਟ ਦੇ ਵਿੱਚ ਮਾਸਟਰ ਕੈਡਰ ਕੈਮਿਸਟਰੀ ਪੜਾਉਣਾ ਸ਼ੁਰੂ ਕਰ ਰਹੀ ਹਾਂ। ਤਾਂ ਅੱਜ ਆਪਾਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਦੈਟ ਇਜ਼ ਦਾ ਆਪਟੀਕਲ ਆਈਸੋਮੈਰਿਜ਼ਮ ਇਹਨੂੰ ਸ਼ੁਰੂ ਕਰਾਂਗੇ। ਬੇਟਾ ਇਹ ਇੱਕ ਇਹੋ ਜਿਹਾ ਟੌਪਿਕ ਹੈ ਜਿਹੜਾ ਕਿ ਬਹੁਤ ਇੰਪੋਰਟੈਂਸ ਰੱਖਦਾ ਹੈ ਤੇ ਬਹੁਤ ਸਕੋਰਿੰਗ ਚੈਪਟਰ ਹੈ, बट फिर भी ये अक्सर बच्चे गलतियां करके आते हैं क्योंकि ये सारे का सारा टॉपिक जो रिलेटेड है 3D केमिस्ट्री के नाल रिलेटेड है। तो अज आपां कुछ मॉडल्स नूं देख के कुछ 3D स्ट्रक्चर्स नूं देख के इस टॉपिक नूं समझण दी कोशिश करांगे। तो लेट्स स्टार्ट विद दिस टॉपिक। ऑप्टिकल आइसोमैरिज्म का मतलब की हुंदा। सब तो पहला तो इस वर्ड नूं समझदे हां कि व्हाट इज द मीनिंग ऑफ ऑप्टिकल। ऑप्टिकल वर्ड का मतलब की हुंदा है, जे ਆਪਾਂ ਫਿਜ਼ਿਕਸ ਦੇ ਵਿੱਚ ਵੀ ਜਾ ਕੇ ਦੇਖੀਏ ਤਾਂ ਆਪਟੀਕਲ ਵਰਡ ਦਾ ਮਤਲਬ ਹੁੰਦਾ ਲਾਈਟ ਦੇ ਨਾਲ ਰਿਲੇਟਡ। ਕੋਈ ਵੀ ਫਿਨੋਮੀਨਾ ਜਿਹੜਾ ਲਾਈਟ ਦੇ ਨਾਲ ਰਿਲੇਟਡ ਹੈ that is known as the optical term। ਠੀਕ ਹੈ, ਆਪਟਿਕਸ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਫਿਜ਼ਿਕਸ ਦਾ ਜਿਹੜਾ ਕਿ ਸਾਰੇ ਦਾ ਸਾਰਾ ਲਾਈਟ ਦੇ ਨਾਲ ਰਿਲੇਟਡ ਹੈ। ਤਾਂ ਹੁਣ ਆਪਾਂ ਆਪਟੀਕਲ ਆਈਸੋਮੈਰਿਜ਼ਮ ਨੂੰ ਹੀ ਸ਼ੁਰੂ ਕਰਨ ਜਾ ਰਹੇ ਹਾਂ। सब तो पहला ਇਹਦੇ ਚ ਜੋ ਸਭ ਤੋਂ ਇੰਟਰਸਟਿੰਗ ਚੀਜ਼ ਹੈ ਉਹ ਕੀ ਹੈ ਕਿ ਆਈਸੋਮੈਰਿਜ਼ਮ ਆਪਾਂ ਬਹੁਤ ਛੋਟੀ ਕਲਾਸ ਤੋਂ ਪੜ੍ਹਨਾ ਸ਼ੁਰੂ ਕਰ ਦਿੰਨੇ ਆ, ਬਟ ਫਿਰ ਵੀ ਆਈਸੋਮਰ ਜਿਹੜਾ ਹੈਗਾ ਉਹ ਇੱਕ ਕਨਫਿਊਜ਼ਨ ਵਾਲਾ ਟੌਪਿਕ ਬਣ ਕੇ ਰਹਿ ਜਾਂਦਾ ਹੈ। ਤਾਂ ਆਈਸੋਮਰ ਜਿਹੜਾ ਹੈ ਇਟ ਇਜ਼ ਦ ਕੰਬੀਨੇਸ਼ਨ ਆਫ ਟੂ ਵਰਡਸ, ਇੱਕ ਆਈਸੋ ਤੇ ਇੱਕ ਮਰ। ਆਈਸੋ ਵਰਡ ਤੁਸੀਂ ਕਿਤੇ ਵੀ ਪੜੋ ਉਹਦਾ ਡਿਕਸ਼ਨਰੀ ਮੀਨਿੰਗ ਹੁੰਦਾ ਸੇਮ, ਔਰ ਮਰ ਵਰਡ ਦਾ ਮਤਲਬ ਹੁੰਦਾ ਯੂਨਿਟ। ਤਾਂ ਆਈਸੋਮਰ ਇੱਕ ਇਹੋ ਜਿਹੇ ਕੰਪਾਊਂਡ ਹੁੰਦੇ ਨੇ ਜਿਨ੍ਹਾਂ ਦਾ ਮੋਲੀਕੂਲਰ ਫਾਰਮੂਲਾ ਸੇਮ ਹੁੰਦਾ ਹੈ, ਬਟ ਉਹਨਾਂ ਦਾ ਸਟਰਕਚਰਲ ਤੇ ਸਪੇਸ਼ੀਅਲ ਅਰੇਂਜਮੈਂਟ ਜਿਹੜਾ ਹੈਗਾ 3 ਡਾਇਮੈਂਸ਼ਨ ਦੇ ਵਿੱਚ ਅਰੇਂਜਮੈਂਟ ਜਿਹੜਾ ਹੈ ਐਟਮਸ ਦਾ ਜਾਂ ਗਰੁੱਪਸ ਦਾ ਉਹ ਕੀ ਹੋ ਜਾਂਦਾ ਡਿਫਰੈਂਟ। ਪਰ ਆਪਟੀਕਲ ਆਈਸੋਮੈਰਿਜ਼ਮ ਇੱਕ ਥੋੜਾ ਜਿਹਾ ਡਿਫਰੈਂਟ ਟੌਪਿਕ ਹੈ ਕਿਉਂਕਿ ਇਹਦੇ ਚ ਆਪਣੇ ਕੋਲੇ ਸਟਰਕਚਰ ਵੀ ਸੇਮ ਹੁੰਦਾ ਤੇ ਫਿਜ਼ੀਕਲ ਕੈਮੀਕਲ ਪ੍ਰੋਪਰਟੀਜ਼ ਵੀ ਬਿਲਕੁਲ ਸੇਮ ਹੁੰਦੀਆਂ ਨੇ। ਤਾਂ ਫਿਰ ਇਹਨੂੰ ਆਈਸੋਮੈਰਿਜ਼ਮ ਕਹਿੰਦੇ ਕਿਉਂ ਨੇ? ਵਾਟ ਇਜ਼ ਦ ਰੀਜ਼ਨ ਬਿਹਾਈਂਡ ਦਾ ਆਈਸੋਮੈਰਿਜ਼ਮ ਵਰਡ? ਤਾਂ ਇਹਦੇ ਵਿੱਚ ਜਿਹੜਾ ਆਪਣੇ ਕੋਲੇ ਆਈਸੋਮੈਰਿਜ਼ਮ ਕਹਿਣ ਦਾ ਰੀਜ਼ਨ ਹੈ ਉਹ ਇੱਕੋ ਹੀ ਹੈ, that is the light। ਕਿ ਇਹ ਜਿਹੜਾ ਫਿਨੋਮੀਨਾ ਹੈ ਇਹ ਪੂਰੇ ਦਾ ਪੂਰਾ ਲਾਈਟ ਦੇ ਰਿਲੇਟਡ ਹੈ ਕਿ ਆਪਣੇ ਕੋਲੇ ਇੱਕ ਖਾਸ ਤਰ੍ਹਾਂ ਦੀ ਲਾਈਟ ਹੁੰਦੀ ਹੈ ਜਿਹਨੂੰ ਆਪਾਂ ਇਸ ਟੌਪਿਕ ਨੂੰ ਸਮਝਣ ਵਾਸਤੇ ਯੂਜ਼ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਟੌਪਿਕ ਦਾ ਬੇਸ ਕਰਾਂਗੇ ਕਿ ਆਪਟੀਕਲ ਆਈਸੋਮੈਰਿਜ਼ਮ ਨੂੰ ਸਮਝਿਆ ਕਿਵੇਂ ਜਾਂਦਾ ਹੈ। ਸੋ ਲੈਟਸ ਸਟਾਰਟ। ਅੱਗੇ ਆਪਾਂ ਇਹਦੇ ਨਾਲ ਗੱਲ ਕਰਦੇ ਹਾਂ। मान लो बेटा मेरे कोले एक कोई भी नेचुरल सोर्स ऑफ लाइट है। लेट अस सपोज कि मेरे कोले सन है। मान लो सूरज तो एक रोशनी आ रही है, तो ਆਪਾਂ ਨੂੰ ਪਤਾ ਹੈ ਕਿ सूरज ਤੋਂ ਜੇ ਰੋਸ਼ਨੀ ਆਉਂਦੀ ਹੈ ਤਾਂ ਉਹ ਹਰ ਡਾਇਰੈਕਸ਼ਨ ਦੇ ਵਿੱਚ ਸਕੈਟਰ ਹੁੰਦੀ ਹੈ। ਤਾਂ ਆਪਣੇ ਕੋਲ ਇੱਕ ਡਿਵਾਈਸ ਹੁੰਦੀ ਹੈ that is known as the polarizer। ਇਹਨੂੰ ਆਪਾਂ ਕੀ ਕਹਿੰਦੇ ਆ? ਪੋਲਰਾਈਜ਼ਰ। ਠੀਕ ਹੈ, ਤਾਂ ਪੋਲਰਾਈਜ਼ਰ ਜਿਹੜਾ ਹੈ ਉਹ ਇੱਕ ਇਦਾਂ ਦੀ ਡਿਵਾਈਸ ਹੁੰਦੀ ਹੈ ਜੋ ਹਰ ਤਰ੍ਹਾਂ ਦੇ ਹਰ ਡਾਇਰੈਕਸ਼ਨ ਦੇ ਵਿੱਚ ਸਕੈਟਰਡ ਲਾਈਟ ਨੂੰ ਇੱਕ ਸਿੰਗਲ ਡਾਇਰੈਕਸ਼ਨ ਦੇ ਵਿੱਚ ਪੋਜੈਸ ਕਰਦੀ ਹੈ, ਸਿੰਗਲ ਪਲੇਨ ਦੇ ਵਿੱਚ ਪੋਜੈਸ ਕਰਦੀ ਹੈ। ਤਾਂ ਇਹਦਾ ਜਿਹੜਾ ਪਲੇਨ ਹੈ ਉਹ ਕੀ ਹੁੰਦਾ? ਬਿਲਕੁਲ ਸੇਮ ਹੋ ਜਾਂਦਾ ਹੈ, ਸੇਮ ਪਲੇਨ ਦੇ ਵਿੱਚ ਜਾਂਦੀ ਹੈ ਵਿਦਆਊਟ ਗੈਟਿੰਗ ਸਕੈਟਰਡ। ਤਾਂ ਇਸ ਤਰੀਕੇ ਦੀ ਲਾਈਟ ਨੂੰ ਆਪਾਂ ਕੀ ਕਹਿੰਦੇ ਆ ਜਿਹੜੀ ਇੱਕ ਪਲੇਨ ਦੇ ਵਿੱਚ ਟਰੈਵਲ ਕਰਦੀ ਹੈ? ਦਿਸ ਕਾਈਂਡ ਆਫ ਲਾਈਟ ਇਜ਼ ਨੋਨ ਐਜ਼ ਪਲੇਨ ਪੋਲਰਾਈਜ਼ਡ ਲਾਈਟ। ਇਹਨੂੰ ਪੀਪੀਐਲ ਦੇ ਨਾਮ ਨਾਲ ਜਾਣਿਆ ਜਾਂਦਾ। ਬਹੁਤ ਸਾਰੀ ਬੁੱਕਸ ਇਹਦੇ ਵਿੱਚ ਪੀਪੀਐਲ ਵਰਡ ਹੀ ਯੂਜ਼ ਕਰਦੀਆਂ ਨੇ, ਪਲੇਨ ਪੋਲਰਾਈਜ਼ਡ ਲਾਈਟ। ਤਾਂ ਪਲੇਨ ਪੋਲਰਾਈਜ਼ਡ ਲਾਈਟ ਨੂੰ ਜਦੋਂ ਆਪਾਂ ਆਪਦੇ ਰਿਕੁਆਇਰਡ ਆਰਗੈਨਿਕ ਸੈਂਪਲ ਦੇ ਵਿੱਚ ਰੱਖਦੇ ਆ ਜਿਹਦੇ ਆਪਾਂ ਆਪਟੀਕਲ ਆਈਸੋਮੈਰਿਜ਼ਮ ਨੂੰ ਸਟੱਡੀ ਕਰਨਾ ਹੈ, ਤਾਂ ਉਸ ਸੋਲਿਊਸ਼ਨ ਦੇ ਵਿੱਚੋਂ ਜਾਂ ਉਸ ਕੰਪਾਊਂਡ ਦੇ ਵਿੱਚੋਂ ਜਦੋਂ ਇਹਨੂੰ ਪਾਸ ਕਰਾਇਆ ਜਾਂਦਾ ਹੈ ਤਾਂ ਇਹ ਲਾਈਟ ਜਿਹੜੀ ਹੈ ਉਹ ਰੋਟੇਟ ਹੋ ਜਾਂਦੀ ਹੈ। ਹੁਣ ਆਪਣੇ ਕੋਲ ਰੋਟੇਸ਼ਨ ਜਿਹੜੀ ਹੈ ਉਹ ਦੋ ਹੀ ਤਰੀਕੇ ਦੀ ਹੁੰਦੀ ਹੈ, ਜਾਂ ਤਾਂ ਉਹ ਕਲੌਕਵਾਈਜ਼ ਘੁੰਮ ਜੇ ਜਾਂ ਉਹ ਐਂਟੀ ਕਲੌਕਵਾਈਜ਼ ਘੁੰਮ ਜੇ। ਜੇ ਉਹ ਲਾਈਟ ਕਲੌਕਵਾਈਜ਼ ਘੁੰਮ ਗਈ ਤਾਂ ਉਸ ਲਾਈਟ ਦੀ ਰੋਟੇਸ਼ਨ ਨੂੰ ਆਪਾਂ ਕਹਿੰਦੇ ਆਂਗੇ ਡੈਕਸਟਰੋ ਰੋਟੇਟਰੀ ਮੋਲੀਕਿਊਲ। ਡੈਕਸਟਰੋ ਰੋਟੇਟਰੀ ਮੋਲੀਕਿਊਲ। ਤਾਂ ਡੈਕਸਟਰੋ ਰੋਟੇਟਰੀ ਜਿਹੜਾ ਮੋਲੀਕਿਊਲ ਹੈ ਉਹ ਕਿਸੇ ਵੀ ਲਾਈਟ ਨੂੰ ਆਪਣੇ ਕੋਲ ਰਾਈਟ ਸਾਈਡ ਦੇ ਉੱਤੇ ਘੁਮਾ ਦਿੰਦਾ ਹੈ। ਜਿਹੜਾ ਹੈ ਡੈਕਸਟਰੋ ਵਰਡ ਹੈ ਇਟ ਰਿਪਰੈਜ਼ੈਂਟਸ ਦਾ ਰਾਈਟ ਸਾਈਡ। ਤੇ ਜੇ ਇਹ ਲਾਈਟ ਜਿਹੜੀ ਹੈ ਉਹ ਐਂਟੀ ਕਲੌਕਵਾਈਜ਼ ਘੁੰਮ ਜੇ ਲੈਫਟ ਸਾਈਡ ਦੇ ਵੱਲ ਤਾਂ ਉਹਨੂੰ ਆਪਾਂ ਕੀ ਕਹਿ ਦਿੰਨੇ ਆ? ਲੀਵੋ ਰੋਟੇਟਰੀ। ਲੀਵੋ ਵਰਡ ਦਾ ਮਤਲਬ ਹੁੰਦਾ ਹੈ ਲੈਫਟ ਸਾਈਡ ਤਰਫ। ਤਾਂ ਇਹ ਆਪਣੇ ਕੋਲੇ ਆਪਟੀਕਲ ਆਈਸੋਮੈਰਿਜ਼ਮ ਦਾ ਫਿਨੋਮੀਨਾ ਹੈ which is all related to the plane polarized light। प्लेन पोलराइज्ड लाइट दी रोटेशन जे राइट साइड होगी तो मॉलिक्यूल नो डेक्स्ट्रो रोटेटरी कहा जाता है ते रिप्रेजेंट किया जाता है स्मॉल डी दे नाल, या फिर इत्थे अपने कोले एक प्लस का साइन बना दिता जाता है। दोनों का मतलब बिल्कुल सेम है।
ਤੇ ਜੇ ਉਹ ਲਾਈਟ ਆਪਣੇ ਕੋਲੇ ਲੈਫਟ ਸਾਈਡ ਤੇ ਰੋਟੇਟ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਲੀਵੋ ਰੋਟੇਟਰੀ, ਵਿਚ ਇਜ਼ ਰਿਪਰੈਜ਼ੈਂਟਡ ਬਾਈ ਸਮਾਲ l ਜਾਂ ਫਿਰ ਮਾਈਨਸ ਦੇ ਨਾਲ, ਇਸ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਤਾਂ ਕਿਸੇ ਵੀ ਮੋਲੀਕਿਊਲ ਨੂੰ ਦੇਖ ਕੇ ਆਪਾਂ ਨਹੀਂ ਦੱਸ ਸਕਦੇ ਕਿ ਉਹ ਰਾਈਟ ਸਾਈਡ ਘੁਮਾ ਰਿਹਾ ਹੈ, ਰੋਟੇਟ ਕਰ ਰਿਹਾ ਹੈ ਆਪਟੀਕਲ ਲਾਈਟ ਨੂੰ, ਜਾਂ ਲੈਫਟ ਸਾਈਡ ਘੁਮਾ ਰਿਹਾ ਹੈ। ਤਾਂ ਇਟ ਇਜ਼ ਆਲ ਐਕਸਪੈਰੀਮੈਂਟਲ ਫੈਕਟ ਜੋ ਕਿ ਪੋਲਰਾਈਜ਼ਰ ਦੀ ਫਾਰਮ ਨਾਲ ਹੀ ਆਪਾਂ ਗੈਸ ਕਰ ਸਕਦੇ ਹਾਂ, ਉਹਦੇ ਨਾਲ ਹੀ ਆਪਾਂ ਇਹਨੂੰ ਫਾਈਂਡ ਆਊਟ ਕਰ ਸਕਦੇ ਹਾਂ। ਸੋ ਆਪਣੇ ਕੋਲੇ ਇਹਦੇ ਵਿੱਚ ਕੀ ਕੰਕਲੂਜਨ ਨਿਕਲਦਾ ਹੈ ਕਿ ਆਪਟੀਕਲ ਆਈਸੋਮੈਰਿਜ਼ਮ ਦੇ ਵਿੱਚ ਉਹ ਕੰਪਾਊਂਡ ਆਪਟੀਕਲ ਆਈਸੋਮਰ ਹੁੰਦੇ ਨੇ ਜਿਹੜੇ ਪਲੇਨ ਪੋਲਰਾਈਜ਼ਡ ਲਾਈਟ PPL ਨੂੰ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਰੋਟੇਟ ਕਰਨ। ਇਹ ਅਗਰ ਇੱਕ ਕੰਪਾਊਂਡ ਡੈਕਸਟਰੋ ਰੋਟੇਟਰੀ ਹੈ ਤਾਂ ਉਹਦਾ ਦੂਸਰਾ ਕੰਪਾਊਂਡ ਜਿਹੜਾ ਹੈ ਸੇਮ ਮੋਲੀਕੂਲਰ ਫਾਰਮੂਲੇ ਵਾਲਾ ਉਹ ਲੀਵੋ ਰੋਟੇਟਰੀ ਹੋਣਾ ਚਾਹੀਦਾ ਹੈ। ਅਗਰ ਉਹ ਇਸ ਤਰੀਕੇ ਨਾਲ ਹੁੰਦੇ ਨੇ ਤਾਂ ਦੇ ਆਰ ਨੋਨ ਐਜ਼ ਆਪਟੀਕਲ ਆਈਸੋਮਰਸ। So this is the base of the optical isomerism. Now let's start with the other thing कि आप ਹੁਣ ਆਪਾਂ ਕਿਸੇ ਵੀ ਮੋਲੀਕਿਊਲ ਦੇ ਵਿੱਚ optical isomers ਨੂੰ ਪਤਾ ਕਿਵੇਂ ਕਰਦੇ ਆ ਕਿ ਇਹ optical active ਹੈ ਜਾਂ active ਨਹੀਂ ਹੈ, inactive ਹੈ। ਤਾਂ optical isomerism ਜੋ ਲਾਈਟ ਨੂੰ ਰੋਟੇਟ ਕਰਦੇ ਉਹ ਕੀ ਹੁੰਦਾ, optically active, ਤੇ ਜੋ ਨਾ ਕਰ ਪਾਏ ਉਹ ਹੁੰਦਾ optically inactive। ਹੁਣ ਆਪਾਂ ਕਿਸੇ ਵੀ ਮੋਲੀਕਿਊਲ ਨੂੰ ਐਕਸਪੈਰੀਮੈਂਟ ਕਰ ਕਰਕੇ ਨਹੀਂ ਦੱਸ ਸਕਦੇ ਕਿ ਇਹ optically active ਹੈ ਜਾਂ inactive ਹੈ। We have to give the answer in the exam। ਤਾਂ ਆਪਾਂ ਨੂੰ ਇਹ ਥਿਓਰੈਟਿਕਲੀ ਸਟੱਡੀ ਕਰਨਾ ਪਊਗਾ। ਤਾਂ ਥਿਓਰੈਟਿਕਲੀ ਸਟੱਡੀ ਕਰਨ ਵਾਸਤੇ optical activity ਦੀਆਂ ਕੁਝ ਕੰਡੀਸ਼ਨਸ ਨੇ, ऑप्टिकल एक्टिविटी दियां कुछ कंडीशंस ने। वो कंडीशंस की ने, सब तो पहली गल है कि मॉलिक्यूल जो है वो कायरल होना चाहिए। हुण आपां कुछ टर्म्स यूज करांगे जिन्हां दा मतलब समझांगे कि व्हाट इज द मीनिंग ऑफ कायरल। एक वर्ड हुंदा कायरल, एक वर्ड हुंदा डिससिमेट्रिक। डिससिमेट्रिक ਹੁਣ ਆਪਣੇ ਕੋਲੇ ਜੋ ਕਾਇਰਲ ਵਰਡ ਹੈ, ਸਭ ਤੋਂ ਪਹਿਲਾਂ ਇਹਦਾ ਮਤਲਬ ਸਮਝਦੇ ਹਾਂ। ਲੈਟਸ ਅੰਡਰਸਟੈਂਡ ਦਿਸ ਕਨਸੈਪਟ ਵਿਦ ਦ ਹੈਲਪ ਆਫ ਅ ਮਾਡਲ, 3D ਮਾਡਲ। ਅਗਰ ਮੇਰੇ ਕੋਲੇ ਆਹ ਇੱਕ 3D ਮਾਡਲ ਹੈ, ਇਹ ਐਗਜ਼ੈਕਟਲੀ ਉਦਾਂ ਦਾ ਮਾਡਲ ਹੈ ਜੋ ਮੋਲੀਕਿਊਲ ਦਿਖਦਾ ਹੈ 3 ਡਾਈਮੈਂਸ਼ਨ ਦੇ ਵਿੱਚ। ਇਹਨੂੰ ਆਪਾਂ ਬਾਲ ਐਂਡ ਸਟਿਕ ਮਾਡਲ ਕਹਿੰਦੇ ਆ। ਜਿਹੜੀ ਵਿੱਚ ਵਾਲੀ ਬਲੈਕ ਬਾਲ ਹੈ, ਇਟ ਰਿਪਰੈਜ਼ੈਂਟਸ ਦਾ ਕਾਰਬਨ ਐਟਮ। ਇਹ ਕਾਰਬਨ ਐਟਮ ਨੂੰ ਰਿਪਰੈਜ਼ੈਂਟ ਕਰਦੀ ਹੈ। ਤਾਂ ਇਸ ਮੋਲੀਕਿਊਲ ਦੇ ਵਿੱਚ ਜਿਹੜਾ ਕਾਰਬਨ ਹੈ ਉਹ ਚਾਰੋਂ ਸਿੰਗਲ ਬੌਂਡ ਬਣਾ ਰਿਹਾ ਹੈ। कार्बन की वैलेंसी 4 ਹੁੰਦੀ ਹੈ, ਸਾਰਿਆਂ ਨੂੰ ਪਤਾ ਹੈ, ਠੀਕ ਹੈ। ਤਾਂ ਜੇ ਇਹ 4 ਸਿੰਗਲ ਬੌਂਡ ਬਣਾ ਰਿਹਾ ਹੈ ਤੇ ਉਸ 4 ਸਿੰਗਲ ਬੌਂਡ ਦੇ ਨਾਲ ਚਾਰੋਂ ਡਿਫਰੈਂਟ ਐਟਮ ਜਾਂ ਗਰੁੱਪ ਜੁੜੇ ਹੋਏ ਨੇ। ਦੇਖੋ ਹਰ ਬਾਲ ਦਾ ਕਲਰ ਆਪਾਂ ਅੱਡ ਰੱਖਿਆ। ਜੇ ਇਹ ਚਾਰੋਂ ਡਿਫਰੈਂਟ ਨੇ ਤਾਂ ਇਹ ਮੋਲੀਕਿਊਲ ਜੋ ਹੈ ਉਹਨੂੰ ਆਪਾਂ ਕੀ ਕਵਾਂਗੇ, ਦਿਸ ਕਾਰਬਨ ਇਜ਼ ਕਾਇਰਲ ਕਾਰਬਨ। ਕਾਇਰਲ ਵਰਡ ਦਾ ਮਤਲਬ ਹੁੰਦਾ ਕਿ ਆਪਣੇ ਕੋਲੇ ਇਹ ਕਾਰਬਨ ਟੈਟਰਾਹਾਈਡਰਲ ਜਿਓਮੈਟਰੀ ਦੇ ਵਿੱਚ ਸਾਰੇ ਸਿੰਗਲ ਬੌਂਡ ਬਣਾ ਰਹੀ ਹੈ ਤੇ ਇਹਦੇ ਜਿਹੜੇ ਸਾਰੇ ਗਰੁੱਪ ਨੇ A, B, P and Q, ਇਹ ਕੀ ਹੋਊਗੀ, ਕਾਇਰਲ ਕਾਰਬਨ ਹੋਊਗੀ। ਐਂਡ ਵਾਟ ਇਜ਼ ਦ ਹਾਈਬ੍ਰਿਡਾਈਜੇਸ਼ਨ ਆਫ ਦਿਸ ਕਾਰਬਨ, ਇਹਦੀ ਹਾਈਬ੍ਰਿਡਾਈਜੇਸ਼ਨ ਕੀ ਹੋਊਗੀ, sp3 ਹਾਈਬ੍ਰਿਡ। ਤਾਂ ਇਹ ਦੋ ਪਹਿਚਾਨ ਹੁੰਦੀਆਂ ਨੇ ਕਾਇਰਲਿਟੀ ਦੀਆਂ ਜਾਂ ਕਾਇਰਲ ਕਾਰਬਨ ਦੀਆਂ। ਤਾਂ ਮੋਲੀਕਿਊਲ ਜਿਹੜਾ ਹੈ ਜਾਂ ਕੋਈ ਵੀ ਕਾਰਬਨ ਜੋ ਹੈ, ਅਗਰ ਉਹ ਚਾਰੋਂ ਡਿਫਰੈਂਟ ਬੌਂਡ ਪੋਜੈਸ ਕਰ ਰਿਹਾ ਹੈ ਤਾਂ ਉਹਨੂੰ ਆਪਾਂ ਕੀ ਕਵਾਂਗੇ, ਕਾਇਰਲ ਕਾਰਬਨ ਕਵਾਂਗੇ। प्लस ਉਹਦੀ ਹਾਈਬ੍ਰਿਡਾਈਜੇਸ਼ਨ ਕੀ ਹੋਣੀ ਚਾਹੀਦੀ ਹੈ, sp3 ਹੋਣੀ ਚਾਹੀਦੀ ਹੈ, ਯਾਨੀ ਕਿ ਇਟ ਸ਼ੁੱਡ ਫਾਰਮ 4 ਸਿੰਗਲ ਬੌਂਡਸ। ਇਹਦੇ ਚਾਰੋਂ ਸਿੰਗਲ ਬੌਂਡ ਹੋਣੇ ਚਾਹੀਦੇ, ਸਿਗਮਾ ਬੌਂਡ ਹੋਣੇ ਚਾਹੀਦੇ ਨੇ। ਚਲੋ ਜੀ, ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਕਿ ਅਗਰ ਆਪਣੇ ਕੋਲੇ ਮੋਲੀਕਿਊਲ ਜੋ ਹੈ ਉਹ ਘੱਟੋ ਘੱਟ ਦੋ ਗਰੁੱਪ ਜੋ ਹੈ ਉਹ ਸੇਮ ਕੰਟੇਨ ਕਰ ਰਿਹਾ। ਮੰਨ ਲਓ ਇਹ ਵਾਈਟ ਬॉल्स ਨੇ, ਇਹ ਵਾਈਟ ਬॉल्स ਜਿਹੜੀਆਂ ਹੈਗੀਆਂ ਦੋਨੋਂ ਸੇਮ ਹੈ। ਲੈਟ ਅਸ ਸਪੋਜ਼ ਕਿ ਇਹ ਹਾਈਡਰੋਜਨ ਹੈ, ਠੀਕ ਹੈ। ਅਗਰ ਇਹ ਹਾਈਡਰੋਜਨ ਹੈ ਤੇ ਆ मेरा हाथ जो है वो एक प्लेन है। इस प्लेन ਨੂੰ अगर मैं ਇਹਦੇ ਚੋਂ ਪਾਸ ਕਰਾਂ ਤਾਂ ਇਹ ਮੋਲੀਕਿਊਲ ਜੋ ਹੈ ਉਹ ਦੋ ਆਇਡੈਂਟੀਕਲ ਹਾਫਸ ਦੇ ਵਿੱਚ ਟੁੱਟ ਜਾਂਦਾ ਹੈ। दैट मींस कि ਇਹ ਮੋਲੀਕਿਊਲ ਜੋ ਹੈ ਉਹ ਕਾਇਰਲ नहीं है, ਇਹ ਕਾਰਬਨ ਜੋ ਹੈ ਇਹ ਕਾਇਰਲ नहीं है क्योंकि ਇਹਦੇ ਦੋ ਗਰੁੱਪ ਜੋ ਹੈ ਉਹ ਸੇਮ ਹੈ। ਹੁਣ ਇਸ ਕਾਇਰਲ ਕਾਰਬਨ ਹੋਣ ਦਾ ਆਪਟੀਕਲ ਆਈਸੋਮੈਰਿਜ਼ਮ ਦੇ ਨਾਲ ਕੀ ਲੈਣਾ ਦੇਣਾ ਹੈ? ਤਾਂ ਆਪਟੀਕਲ ਆਈਸੋਮੈਰਿਜ਼ਮ ਦੇ ਵਿੱਚ ਸਭ ਤੋਂ ਪਹਿਲੀ ਕੰਡੀਸ਼ਨ ਜੋ ਹੈ ਉਹ ਹੁੰਦੀ ਹੈ द ਮੋਲੀਕਿਊਲ ਸ਼ੁੱਡ ਬੀ ਕਾਇਰਲ। बट कई बारी अपने कोले जो मॉलिक्यूल है वो कायरल कार्बन कंटेन करके भी पूरे दा पूरा मॉलिक्यूल जो है वो कायरल नहीं हुंदा। तो आपां नूं किद्दां पता लगूगा कि यह मॉलिक्यूल कायरल है या नहीं है? तो ਇਹਦੇ ਲਈ ਆਪਣੇ ਕੋਲੇ ਦੋ रूल्स कह सकते हैं ਆਪਾਂ कि दो रूल्स ने। सब तो पहला रूल की कहता है कि अगर किसी मॉलिक्यूल दे विच इक्को ही कायरल कार्बन है, if a molecule contain only one chiral carbon, इक्को ही कायरल कार्बन है तो वो हमेशा ऑप्टिकली एक्टिव होगा।
इट विल बी ऑलवेज ऑप्टिकली एक्टिव, हमेशा ऑप्टिकली एक्टिव होगा। पर व्हाट इफ अगर अपने कोले एक तो ज्यादा कायरल कार्बन ने या एक तो ज्यादा कार्बन प्रेजेंट ने ते कायरल ने, ਤਾਂ फिर ਆਪਾਂ ਇਹ ਨਹੀਂ डिसाइड कर सकते कि वो मॉलिक्यूल ऑप्टिकली एक्टिव है या इनएक्टिव है। तो ਉਹਦੇ ਵਾਸਤੇ ਆਪਣੇ ਕੋਲੇ ਇੱਕ ਕੰਡੀਸ਼ਨ ਆ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਮੋਲੀਕਿਊਲ ਦੇ ਵਿੱਚ ਡਿਸਸਿਮਿਟਰੀ ਹੋਣੀ ਚਾਹੀਦੀ ਹੈ। ਹੁਣ ਇਸ ਡਿਸਸਿਮਿਟਰੀ ਵਰਡ ਦਾ ਮਤਲਬ ਕੀ ਹੈ? ਡਿਸਸਿਮਿਟਰੀ ਤੇ ਏਸਿਮੈਟ੍ਰਿਕ ਇਹ ਦੋਨੋਂ ਵਰਡਸ ਦੇ ਵਿੱਚ ਡਿਫਰੈਂਸ ਹੈ। ਕਾਇਰਲ ਕਾਰਬਨ ਤੇ एसिमेट्रिक कार्बन ਆਪਾਂ सेम कह सकते हैं, बट डिससिमेट्रिक वर्ड जो है वो कायरल कार्बन दे नाल रिलेटेड नहीं है। डिससिमेट्री दे विच होर भी बहुत सारियां चीजां ने जिहड़ियां इंक्लूड हो जांदियां। फॉर एग्जांपल अपने कोले की आ जांदा है प्लेन ऑफ सिमेट्री, दूसरा आ जांदा है सेंटर ऑफ सिमेट्री, तीसरा आ जांदा है अपने कोले कायरलिटी। प्लेन ऑफ सिमेट्री ते सेंटर ऑफ सिमेट्री बहुत इंपॉर्टेंट रोल प्ले करदियां ने किसी भी मॉलिक्यूल दे ऑप्टिकली एक्टिव होण या ना होण दे विच। ਤਾਂ ਇਸ ਕਰਕੇ ਆਪਾਂ ਸਿਰਫ ਇੱਕ ਕਾਇਰਲ ਕਾਰਬਨ ਵਾਲੇ ਮੋਲੀਕਿਊਲ ਨੂੰ ਦੇਖ ਕੇ ਦੱਸ ਸਕਦੇ ਹਾਂ ਕਿ ਉਹ ਹਮੇਸ਼ਾ ਆਪਟੀਕਲੀ ਐਕਟਿਵ ਹੋਊਗਾ ਵਿਦਆਊਟ ਐਨੀ ਡਾਊਟ। बट अगर अपने कोले एक तो ज्यादा कायरल कार्बन्स प्रेजेंट ने, then we have to look for some other conditions। ਆਪਾਂ ਨੂੰ 2-3 ਕੰਡੀਸ਼ਨਸ ਹੋਰ ਦੇਖਣੀਆਂ ਪੈਣਗੀਆਂ ਕਿ ਉਹ ਉਹਦੇ ਵਿੱਚ ਹੈਗੀਆਂ ਨੇ ਜਾਂ ਨਹੀਂ ਹੈਗੀਆਂ। so only then we can provide the answer। ਠੀਕ ਹੈ, ਚਲੋ ਹੁਣ ਆਪਾਂ ਇਦਾਂ ਦਾ ਹੀ ਇੱਕ ਐਗਜ਼ਾਮਪਲ ਕਰਦੇ ਹਾਂ ਕਿ ਮੇਰੇ ਕੋਲੇ ਪਲੇਨ ਆਫ ਸਿਮੈਟਰੀ ਨੂੰ ਅੰਡਰਸਟੈਂਡ ਕਰਦੇ ਹਾਂ ਕਿ ਜੋ ਮੈਂ ਇਹ ਵਰਡ ਲਿਖਿਆ POS ਤੇ COS ਇਹਨਾਂ ਦਾ ਮਤਲਬ ਕੀ ਹੈ। what is the meaning of this word? POS ਕੀ ਚੀਜ਼ ਹੁੰਦੀ ਹੈ ਬੇਟਾ? ਪਲੇਨ ਆਫ ਸਿਮੈਟਰੀ। प्लेन ऑफ सिमेट्री एक इदां दा इमेजिनरी प्लेन जो किसी भी मॉलिक्यूल नू दो आइडेंटिकल हाफ दे विच तोड़ दे। ਤਾਂ ਇਹਨੂੰ ਆਪਾਂ ਬਹੁਤ ਸਿੰਪਲ ਐਗਜ਼ਾਮਪਲ ਨਾਲ ਸਮਝਦੇ ਹਾਂ। ਆਪਾਂ ਸਭ ਨੂੰ ABC ਆਉਂਦੀ ਹੈ, ਅਲਫਾਬੈਟਸ ਦੇ ਨਾਲ ਅੰਡਰਸਟੈਂਡ ਕਰਦੇ ਹਾਂ ਸਟੀਰੀਓ ਕੈਮਿਸਟਰੀ ਦਾ ਕਨਸੈਪਟ। ਇੱਕ ਮੇਰੇ ਕੋਲ ਅਲਫਾਬੈਟ ਹੈ A ਕਿ ਅਗਰ ਮੈਂ ਇਹਦੇ ਵਿੱਚੋਂ ਕੋਈ ਵੀ ਇੱਕ ਇਹੋ ਜਿਹਾ ਪਲੇਨ ਪਾਸ ਕਰਾਂ ਜੋ ਇਸ ਨੂੰ ਦੋ ਆਈਡੈਂਟੀਕਲ ਹਾਫਸ ਦੇ ਵਿੱਚ ਬ੍ਰੇਕ ਕਰ ਦੇ ਤਾਂ ਆਪਾਂ ਇਹ ਕਵਾਂਗੇ ਕਿ ਇਹਦੇ ਕੋਲੇ ਪਲੇਨ ਆਫ ਸਿਮੈਟਰੀ ਹੈ। ਪਲੇਨ ਆਫ ਸਿਮੈਟਰੀ ਇੱਕ ਇਦਾਂ ਦਾ ਇਮੇਜਿਨਰੀ ਪਲੇਨ ਹੈ ਜੋ ਕਿਸੇ ਵੀ ਮੋਲੀਕਿਊਲ ਨੂੰ ਦੋ ਆਈਡੈਂਟੀਕਲ ਹਾਫਸ ਦੇ ਵਿੱਚ ਤੋੜ ਦਿੰਦਾ ਹੈ। ਆਈਡੈਂਟੀਕਲ ਹਾਫ, ਮੇਕ ਸ਼ੋਰ दैट इट शुड बी आइडेंटिकल। आइडेंटिकल मतलब इक्को जा, सेम। ਤਾਂ ਹੁਣ ਅਗਰ ਮੈਂ A ਅਲਫਾਬੈਟ ਨੂੰ ਦੇਖਾਂ ਤਾਂ ਕੀ ਇਹਦੇ ਵਿੱਚ ਕੋਈ ਪਲੇਨ ਆਫ ਸਿਮੈਟਰੀ ਹੈ? ਬਿਲਕੁਲ ਹੈ। ਇਹਦੇ ਵਿੱਚ ਪਲੇਨ ਆਫ ਸਿਮੈਟਰੀ ਕਿਹੜਾ ਹੈ ਆਪਣੇ ਕੋਲੇ? ਅਗਰ ਮੈਂ ਇੱਥੋਂ ਪਾਸ ਕਰਦਾ, if this is the plane of symmetry ਤਾਂ ਇੱਧਰ ਵੀ ਆਪਣੇ ਕੋਲੇ ਸੇਮ ਪੋਰਸ਼ਨ ਬਚੂਗਾ, ਇੱਧਰ ਵੀ ਸੇਮ ਪੋਰਸ਼ਨ ਬਚੂਗਾ। ਲੈਟਸ ਟੇਕ ਦ ਅਦਰ ਐਗਜ਼ਾਮਪਲ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਲੈਨੇ ਆ ਜਿਹਦੇ ਚ ਮੇਰੇ ਕੋਲੇ ਅਲਫਾਬੈਟ ਹੈ B। is there any plane of symmetry? ਇਹਦੇ ਚ ਕੋਈ plane of symmetry ਹੈ ਜਾਂ ਨਹੀਂ ਹੈ? ਬਿਲਕੁਲ ਹੈ। ਅਗਰ ਮੈਂ ਇਸ ਤਰੀਕੇ ਨਾਲ ਇੱਕ ਪਲੇਨ ਬਿਲਕੁਲ ਇਦਾਂ ਇਹਨੂੰ ਹੌਰੀਜ਼ੌਂਟਲੀ ਕੱਟ ਕਰਦਾ ਜਾਵੇ ਤਾਂ ਇਹਦੇ ਚ ਪਲੇਨ ਆਫ ਸਿਮੈਟਰੀ ਪ੍ਰੈਜ਼ੈਂਟ ਹੈ, ਬਿਲਕੁਲ ਹੈ। ਠੀਕ ਹੈ, ਨਾਓ ਇੱਕ ਹੋਰ ਅਲਫਾਬੈਟ ਲੈਨੇ ਆ P। ਕਿ ਇਹਦੇ ਚ ਕੋਈ ਪਲੇਨ ਆਫ ਸਿਮੈਟਰੀ ਹੈ? ਕੋਈ ਵੀ ਇਦਾਂ ਦਾ ਪਲੇਨ ਜੋ ਇਸ ਅਲਫਾਬੈਟ ਨੂੰ ਦੋ ਆਈਡੈਂਟੀਕਲ ਹਾਫਸ ਦੇ ਵਿੱਚ ਬ੍ਰੇਕ ਕਰ ਦੇ, is there any plane of symmetry? नहीं है। ਇਹਦੇ ਵਿੱਚ ਕੋਈ ਵੀ ਇਦਾਂ ਦਾ ਪਲੇਨ ਨਹੀਂ ਹੈ ਜੋ ਇਸ ਨੂੰ ਦੋ ਆਈਡੈਂਟੀਕਲ ਹਾਫਸ ਦੇ ਵਿੱਚ ਬ੍ਰੇਕ ਕਰ ਦੇ। ਸੋ ਇਸ ਮੋਲੀਕਿਊਲ ਦੇ ਵਿੱਚ POS ਐਬਸੈਂਟ ਹੈ। there is no POS। ਸਮਝ ਆਈ ਗੱਲ? ਇਸ ਤੋਂ ਬਾਅਦ ਇੱਕ ਹੋਰ ਅਲਫਾਬੈਟ ਲੈਨੇ ਆ। let us take the example of the alphabet F। अगर मैं F अल्फाबेट लिया, is there any plane of symmetry? बिल्कुल नहीं है। there is no plane of symmetry। ਇਹਨੂੰ ਆਪਾਂ ਕੋਈ ਇਹੋ ਜਿਹਾ ਪਲੇਨ ਨਹੀਂ ਪਾ ਸਕਦੇ ਜੋ ਇਸ ਨੂੰ ਦੋ ਆਈਡੈਂਟੀਕਲ ਹਾਫਸ ਦੇ ਵਿੱਚ ਬ੍ਰੇਕ ਕਰਦੇ। ਨੈਕਸਟ ਆਉਂਦਾ ਆਪਣੇ ਕੋਲੇ ਆਪਸ਼ਨ that is E। is there any plane of symmetry? ਬਿਲਕੁਲ ਹੈ। ਇਹਦੇ ਵਿੱਚ ਆਪਾਂ ਹੌਰੀਜ਼ੌਂਟਲ ਪਲੇਨ ਪਾਸ ਕਰ ਸਕਦੇ ਹਾਂ, ਸੌਰੀ ਇਹਦੇ ਵਿੱਚ ਆਪਾਂ ਹੌਰੀਜ਼ੌਂਟਲ ਪਲੇਨ ਪਾਸ ਕਰ ਸਕਦੇ ਹਾਂ ਜੋ ਇਹਨੂੰ ਦੋ ਆਈਡੈਂਟੀਕਲ ਹਾਫਸ ਦੇ ਵਿੱਚ ਬ੍ਰੇਕ ਕਰਦਾ ਹੈ। ਸੋ ਇਨ ਦਿਸ ਵੇ ਅਗਰ ਤੁਹਾਡੇ ਕੋਲੇ ਬੇਟਾ ਕਿਸੇ ਵੀ ਮੋਲੀਕਿਊਲ ਦੇ ਵਿੱਚ ਪਲੇਨ ਆਫ ਸਿਮੈਟਰੀ ਪ੍ਰੈਜ਼ੈਂਟ ਹੈ ਤਾਂ ਉਹ ਮੋਲੀਕਿਊਲ ਹਮੇਸ਼ਾ ਆਪਟੀਕਲੀ ਇਨਐਕਟਿਵ ਹੋਊਗਾ। that means ਕਿ ਉਹ ਪਲੇਨ ਪੋਲਰਾਈਜ਼ਡ ਲਾਈਟ ਨੂੰ ਰੋਟੇਟ ਨਹੀਂ ਕਰੂਗਾ। ਐਂਡ ਵਨ ਲਾਸਟ ਕੰਡੀਸ਼ਨ ਜੋ ਆਪਾਂ ਆਪਟੀਕਲ ਆਈਸੋਮੈਰਿਜ਼ਮ ਨੂੰ ਦੇਖਣ ਵਾਸਤੇ ਯੂਜ਼ ਕਰਦੇ ਹਾਂ, ਸਭ ਤੋਂ ਸੌਖੀ ਚੀਜ਼ ਉਹ ਹੈ ਨॉन सुपरइंपोजेबल मिरर इमेज। नॉन सुपरइंपोजेबल मिरर इमेज का मतलब की है? व्हाट इज द मीनिंग ऑफ दिस वर्ड नॉन सुपरइंपोजेबल मिरर इमेज? नॉन सुपरइंपोजेबल मिरर इमेज का मतलब की है कि अपने कोले सुपर इंपोज करना की हुंदा है? एक दूसरे नु कवर कर लेना, लाइक दिस। अगर कोई
चीज एक दूसरे ਨੂੰ ਪ੍ਰੋਪਰਲੀ ਕਵਰ ਕਰ ਲੈਂਦੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਸੁਪਰ ਇੰਪੋਜ਼ ਕਰਨਾ ਠੀਕ ਹੈ ਤਾਂ ਆਪਾਂ ਜਦੋਂ ਵੀ ਆਪਟੀਕਲੀ ਐਕਟਿਵ ਚੀਜ਼ ਦੇਖਦੇ ਆ ਕਿ ਉਹ ਆਪਟੀਕਲੀ ਐਕਟਿਵ ਹੋਵੇ ਤਾਂ ਉਹ ਹਮੇਸ਼ਾ ਨਾਨ ਸੁਪਰ ਇੰਪੋਜ਼ੇਬਲ ਮਿਰਰ ਇਮੇਜ ਪ੍ਰੋਵਾਈਡ ਕਰੇ यानी कि जिवें मैं तुहानू हुणे समझाया कि अगर मेरे कोले अल्फाबेट है ई मान लो मेरे कोले एक अल्फाबेट है ई ਇਹਦੇ ਅੱਗੇ मैं एक मिरर रख दिता लाइक दिस इस मिरर ਦੇ ਵਿੱਚ ਮੈਨੂੰ ਕਿੱਦਾਂ ਦਿਖੂਗਾ ਇਸ ਤਰੀਕੇ ਨਾਲ ਇੱਕ ਮੇਰੇ ਕੋਲੇ अल्फाबेट है ए ਤਾਂ ਮੈਂ ਇਹਦੇ ਅੱਗੇ ਮਿਰਰ ਰੱਖ ਦਿੱਤਾ ਤਾਂ ਇਹ ਕਿਸ ਤਰੀਕੇ ਨਾਲ ਦਿਖੂਗਾ ਇਸ ਤਰੀਕੇ ਨਾਲ ਇਹਨੂੰ ਚੱਕ ਕੇ ਆਪਾਂ ਇਹਦੇ ਉੱਪਰ ਰੱਖਣਾ ਹੈ अगर ਇਹ ਇੱਕ ਦੂਜੇ ਨੂੰ ਪ੍ਰੋਪਰਲੀ ਕਵਰ ਕਰ ਲੈਂਦੇ ਨੇ ਅਗਰ ਆਪਾਂ ਸਿਰਫ ਇਹਨਾਂ ਦੋਨਾਂ ਨੂੰ ਰੱਖ ਕੇ ਆਪਾਂ ਨੂੰ ਇੱਕੋ ਹੀ ਚੀਜ਼ ਦਿਖੇ ਇਟ ਇਜ਼ ਨੋਨ ਐਜ਼ ਸੁਪਰ ਇੰਪੋਜ਼ੇਬਲ ਮਿਰਰ ਇਮੇਜ ਜਿਹੜੇ ਕਿ ਹਮੇਸ਼ਾ ਕੀ ਹੋਣਗੇ ऑप्टिकली इनएक्टिव ऑप्टिकली इनएक्टिव अगर मेरे कोले इत्थे कोई भी मॉलिक्यूल है F ਉਹਦੇ ਅੱਗੇ मैं मिरर रखिया ਤਾਂ मिरर ਦੇ ਵਿੱਚ ਮੈਨੂੰ ਇਸ ਤਰੀਕੇ ਦਾ ਦਿਖੂਗਾ ਤਾਂ by any सिचुएशन या by any how हम ਆਪਾਂ ਇਹਨੂੰ ਚੱਕ ਕੇ ਇਹਦੇ ਉੱਪਰ ਰੱਖੀਏ ਤਾਂ ਇਹ ਸੁਪਰ ਇੰਪੋਜ਼ ਨਹੀਂ ਕਰੂਗਾ that means ਕਿ ਇਹ ਆਪਣੇ ਕੋਲੇ ਕੀ ਹੋਊਗਾ ਹਮੇਸ਼ਾ ऑप्टिकली एक्टिव ਤਾਂ ਇਹਦੇ ਤੋਂ ਆਪਾਂ ਕੀ ਸਿੱਖਿਆ ਬੇਟਾ ਕਿ ਅਗਰ ਮੋਲੀਕਿਊਲ ਦੇ ਵਿੱਚ ਪਲੇਨ ਆਫ ਸਿਮੈਟਰੀ ਹੈ सेंटर ऑफ सिमेट्री है सुपर इंपोजेबल मिरर इमेज है ਤਾਂ ਚਾਹੇ ਉਹਦੇ ਕੋਲੇ ਕਾਇਰਲ ਕਾਰਬਨ ਹੋਵੇ ਉਹ ਮੋਲੀਕਿਊਲ ऑप्टिकली एक्टिव नहीं होगा अगर ਉਹਨੇ ऑप्टिकली एक्टिव होना है ਤਾਂ ਉਹਦੇ ਕੋਲ प्लेन ऑफ सिमेट्री ਤੇ सेंटर ऑफ सिमेट्री एब्सेंट होना चाहिए नॉन सुपर इंपोजेबल मिरर इमेज प्रोवाइड करना चाहिए ਤਾਂ ਉਹ ਤਿੰਨੇ ਕੰਡੀਸ਼ਨਸ ਦੇ ਵਿੱਚ ਆਪਣੇ ਕੋਲ ਮੋਲੀਕਿਊਲ ਕੀ ਹੋ ਜਾਊਗਾ ਡਿਸਸਿਮੈਟ੍ਰਿਕ ਹੋ ਜਾਊਗਾ ਤੇ ਡਿਸਸਿਮੈਟ੍ਰਿਕ ਮੋਲੀਕਿਊਲ ਹਮੇਸ਼ਾ ऑप्टिकली एक्टिव ਹੁੰਦਾ ਸੋ ਇਹ ਆਪਣੇ ਕੋਲੇ ऑप्टिकल आइसोमेरिज्म ਦਾ ਬੇਸ ਹੈ ਲੈਟਸ do one example of the chemistry molecule ਆਪਾਂ ਹੁਣ ਅਲਫਾਬੈਟਸ ਦੇ ਨਾਲ ਸਮਝਿਆ ਤੇ ਇਹਨੂੰ ਕੈਮਿਸਟਰੀ ਦੇ ਮੋਲੀਕਿਊਲ ਦੇ ਨਾਲ ਸਮਝਦੇ ਆ ਇਨ ਦਾ ਫਿਸ਼ਰ ਪ੍ਰੋਜੈਕਸ਼ਨ ਫਿਸ਼ਰ ਪ੍ਰੋਜੈਕਸ਼ਨ ਆਪਣੇ ਕੋਲੇ 3D ਮੋਲੀਕਿਊਲ ਨੂੰ 2D ਦੇ ਵਿੱਚ ਰਿਪਰੈਜ਼ੈਂਟ ਕਰਨ ਵਾਸਤੇ ਯੂਜ਼ ਕੀਤੀ ਜਾਂਦੀ ਹੈ ਤਾਂ ਲੈਟਸ ਅੰਡਰਸਟੈਂਡ ਦਿਸ ਕਨਸੈਪਟ ਵਿਦ ਦ ਐਗਜ਼ਾਮਪਲ ਆਫ ਦਿਸ ਮੋਲੀਕਿਊਲ ਮੇਰੇ ਕੋਲੇ ਆ ਸੈਂਟਰ ਦੇ ਵਿੱਚ ਬੇਟਾ ਕੀ ਹੈ ਇਹ ਸੈਂਟਰ ਕਾਰਬਨ ਰਿਪਰੈਜ਼ੈਂਟ ਕਰਦਾ ਹੈ ਹਮੇਸ਼ਾ ਇੱਥੇ ਮੈਂ ਲਿਖਿਆ CH3 ਇੱਥੇ ਲਿਖਿਆ OH ਇੱਥੇ ਲਿਖਿਆ H ਔਰ ਇੱਥੇ ਲਿਖਿਆ Cl ਇਹ ਆਪਣੇ ਕੋਲੇ ਚਾਰ ਗਰੁੱਪਸ ਲੱਗੇ ਹੋਏ ਹੈ ਅਗਰ ਮੈਂ ਇਸ ਮੋਲੀਕਿਊਲ ਨੂੰ ਮਿਰਰ ਦੇ ਵਿੱਚ ਦੇਖੂੰਗੀ ਲਾਈਕ ਦਿਸ ਲੈਟਸ ਸੀ ਦਿਸ ਮੋਲੀਕਿਊਲ ਇਨ ਦਾ ਮਿਰਰ ਤਾਂ ਮੈਨੂੰ ਇਹ ਮੋਲੀਕਿਊਲ ਕਿੱਦਾਂ ਦਾ ਦਿਖੂਗਾ ਇਸ ਸਾਈਡ ਤੇ ਮੈਨੂੰ ਦਿਖੂਗਾ OH और ਇੱਥੇ ਮੈਨੂੰ ਦਿਖੂਗਾ CH3 ਇੱਧਰ ਮੈਨੂੰ ਦਿਖੂਗਾ H और ਇੱਧਰ ਦਿਖੂਗਾ ਕਲੋਰੀਨ ਕਿ ਹੁਣ ਆਪਣੇ ਕੋਲੇ ਇਸ ਮੋਲੀਕਿਊਲ ਨੂੰ ਚੱਕ ਕੇ ਅਗਰ ਆਪਾਂ ਇਹਦੇ ਤੇ ਰੱਖਦੇ ਆ ਵਿਲ ਇਟ ਸੁਪਰ ਇੰਪੋਜ਼ क्या ਇਹ ਸਾਰੇ ਦੇ ਸਾਰੇ ਗਰੁੱਪਸ ਇਹਨੂੰ ਸੁਪਰ ਇੰਪੋਜ਼ ਕਰਨਗੇ नहीं करेंगे क्यों क्योंकि OH जो है वो H ਦੇ ਉੱਪਰ ਆ ਜਾਊਗਾ ਤੇ H जो है वो OH ਦੇ ਉੱਪਰ ਆ ਜਾਊਗਾ ਤਾਂ it will give you non super imposable mirror image ਇਹਨੂੰ ਆਪਾਂ ਕੀ ਕਹਿੰਦੇ ਆ non super imposable mirror image दूसरी कंडीशन ਤੁਸੀਂ देखना चाहो ਇਹ कार्बन कायरल है बिल्कुल है चारों ग्रुप डिफरेंट लगे हुए हैं ये भी कायरल है क्या इसमें कोई प्लेन ऑफ सिमेट्री है बिल्कुल नहीं है क्योंकि सारे ग्रुप डिफरेंट है एंड ओनली वन कायरल कार्बन इज देयर ਇਹਦੇ ਚ ਕੋਈ प्लेन ऑफ सिमेट्री नहीं है कि ਇਹਦੇ ਚ ਕੋਈ सेंटर ऑफ सिमेट्री है सेंटर ऑफ सिमेट्री ਹੁੰਦਾ ਹੈ ਕਿ ਆਪਾਂ ਇੱਕ ਪੁਆਇੰਟ ਤੋਂ ਚੱਲੇ ਤੇ ਡਾਇਗਨਲੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਪਾਂ ਨੂੰ ਸੇਮ ਚੀਜ਼ ਮਿਲੇ ਫॉर एग्जांपल ਅਗਰ ਮੈਂ ਇੱਥੇ ਇੱਕ ਡਾਟ ਲਗਾਤਾ ਮੰਨ ਲਓ ਇਹ सेंटर ऑफ सिमेट्री है ਇਸ ਡਾਟ ਦੇ ਵਿੱਚੋਂ ਜੇ ਮੈਂ ਇੱਥੇ ਇੰਨਾ ਡਿਸਟੈਂਸ ਮੂਵ ਕੀਤਾ ਤਾਂ ਇੱਥੇ ਇੱਕ ਸਕੁਆਇਰ ਪਿਆ ਤੇ ਇਧਰੋਂ ਇੰਨਾ ਡਿਸਟੈਂਸ ਮੂਵ ਕੀਤਾ ਤਾਂ ਇੱਥੇ ਵੀ ਇੱਕ ਸਕੁਆਇਰ ਪਿਆ ਤਾਂ ਇਹ ਪੁਆਇੰਟ ਜੋ ਹੈ ਇਹ ਆਪਣਾ ਕੀ ਬਣ ਜਾਊਗਾ सेंटर ऑफ सिमेट्री ਤਾਂ ਡਾਇਗਨਲੀ ਆਪੋਜ਼ਿਟ ਇਕੁਅਲੀ ਡਿਸਟੈਂਟ ਜਾਣ ਤੇ ਜਦੋਂ ਆਪਾਂ ਨੂੰ ਸੇਮ ਚੀਜ਼ ਮਿਲ ਜੇ ਤਾਂ ਉਹ ਪੁਆਇੰਟ ਕੀ ਹੁੰਦਾ सेंटर ऑफ सिमेट्री ਹੁੰਦਾ ਤਾਂ ਇਹਦੇ ਵਿੱਚ ਕੋਈ सेंटर ऑफ सिमेट्री ਨਹੀਂ ਹੈ ਕਿਉਂਕਿ ਮੋਲੀਕਿਊਲ ਦੇ ਗਰੁੱਪ ਹੀ ਅੱਡ-ਅੱਡ ਨੇ ਤਾਂ ਇਸ ਕਰਕੇ ਇਨ ਐਵਰੀ ਸਿਚੁਏਸ਼ਨ ਇਨ ਐਵਰੀ ਸਰਕਮਸਟੈਂਸ ਦਿਸ ਮੋਲੀਕਿਊਲ ਵਿਲ ਬੀ ऑप्टिकली एक्टिव ਇਹ ਮੋਲੀਕਿਊਲ ऑप्टिकली एक्टिव ਹੋਊਗਾ ऑप्टिकली एक्टिव अगर ਇਹ ਹੈ ਤਾਂ ਇਹ ਪਲੇਨ ਪੋਲਰਾਈਜ਼ਡ ਲਾਈਟ ਨੂੰ ਵੀ ਰੋਟੇਟ ਕਰੂਗਾ ਤਾਂ ਆਪਣੇ ਕੋਲੇ ਜਿਹੜੇ ਇਹ ਦੋ ਮਿਰਰ ਇਮੇਜ ਨੇ ਥੀਸ ਆਰ ਨੋਨ ਐਜ਼ ऑप्टिकल ਆਈਸੋਮਰਸ ਆਫ ਈਚ ਅਦਰ ਤੇ ਇਹਨਾਂ ਦੇ ਵਿੱਚੋਂ ਕੋਈ ਇੱਕ ਜੋ ਹੈ ਉਹ ਡੈਕਸਟਰੋ ਰੋਟੇਟਰੀ ਤੇ ਕੋਈ ਇੱਕ ਜੋ ਹੈ ਉਹ ਲੀਵੋ ਰੋਟੇਟਰੀ ਹੋਊਗਾ ਉਹ ਇਹ ਵੀ ਹੋ ਸਕਦਾ ਹੈ ਤੇ ਉਹ ਇਹ ਵੀ ਹੋ ਸਕਦਾ ਹੈ ਉਹ ਆਪਾਂ ਕਦੇ ਵੀ ਮੋਲੀਕਿਊਲ ਨੂੰ ਦੇਖ ਕੇ ਨਹੀਂ ਦੱਸ ਸਕਦੇ ਅੰਡਰਸਟੂਡ ਬੇਟਾ
ਸੋ ਦਿਸ ਇਜ਼ ਦ ਕਨਸੈਪਟ ਆਫ ਦ ਆਪਟੀਕਲ ਆਈਸੋਮੈਰਿਜ਼ਮ, ਜਿਹਦੇ ਵਿੱਚ ਆਪਣੇ ਕੋਲੇ 4 ਕੰਡੀਸ਼ਨਸ ਨੂੰ ਫੁੱਲਫਿਲ ਕਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਮੋਲੀਕਿਊਲ ਨੂੰ ਆਪਟੀਕਲੀ ਐਕਟਿਵ ਹੋਣ ਵਾਸਤੇ। ਹੁਣ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਟੀਕਲ ਆਈਸੋਮੈਰਿਜ਼ਮ ਜੋ ਹੈ ਉਹ ਐਡਵਾਂਸ ਜਿਹੜੇ ਮੋਲੀਕਿਊਲਸ ਨੇ ਜਿਵੇਂ ਕਿ ਐਲੀਨਸ ਹੋ ਗਿਆ, ਬਾਈਫੇਨਾਈਲਸ ਹੋ ਗਿਆ, ਸਪਾਇਰੋ ਕੰਪਾਊਂਡਸ ਹੋ ਗਿਆ, ਉਹਨਾਂ ਦੇ ਵਿੱਚ ਆਪਾਂ ਆਪਟੀਕਲ ਆਈਸੋਮੈਰਿਜ਼ਮ ਕਿਵੇਂ ਦੇਖਦੇ ਆ ਉਸ ਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਟਿਲ ਦੈਨ ਯੂ ਗੋ ਥਰੂ ਦਿਸ ਟੌਪਿਕ and thank you so much.